ਮੋਦੀ ਛੜਾ ਬੰਦਾ, ਇਹਦੇ ਨਾਲ ਡਰਮੀ ਚਕਾ ਕੇ ਮੇਰੇ ਨਾਲ ਇਹਨੂੰ ਤੁਰਿਆ ਵੇ, ਫੇਰ ਲੱਗੇ ਇਹਨੂੰ ਪਤਾ ਵੀ ਕਿਵੇਂ ਬੱਚੇ ਪਾਲਣੇ। ਛੜਾ ਬੰਦਾ, ਇਹਨੂੰ ਕੋਈ ਪਰਿਵਾਰ ਬਾਰੇ ਪਤਾ ਹੀ ਨਹੀਂ ਇਹਨੂੰ। ਹਰਜੀਤ ਸਿੰਘ, ਤੁਸੀਂ ਉੱਥੇ ਦਿੱਲੀ ਜਾ ਕੇ ਕਾਫੀ ਦੇਰ ਰਹਿ ਕੇ ਆਏ ਹੋ, ਕਿਹੋ ਜਿਹਾ ਮਾਹੌਲ ਸੀਗਾ ਉੱਥੇ? ਲੱਗਦਾ ਵੀ ਲੋਕ ਡੋਲ ਜਾਣਗੇ? ਨਾ ਜੀ, ਉਹ ਤਾਂ ਨਹੀਂ ਹਿਲਦੇ, ਉਹ ਬਿਲਕੁਲ ਨਹੀਂ ਹਿਲਦੇ। ਜਿਹੜੇ ਬਜ਼ੁਰਗ ਬੰਦੇ ਆ ਉਹ ਤਾਂ ਜਮਾਂ ਹੀ ਆਉਂਦੇ ਇਸ ਤਰ੍ਹਾਂ ਇੱਥੇ ਹੀ ਰਵਾਂਗੇ। ਮੋਦੀ ਹੈ ਜਿਹੜਾ ਅੰਬਾਨੀ ਅਡਾਨੀ ਦਾ ਇੱਕ ਪਾਲਤੂ ਬੰਦਾ ਖਰੀਦਿਆ ਹੋਇਆ। ਨੈਸ਼ਨਲ ਮੀਡੀਆ ਸਾਰਾ ਅੰਬਾਨੀ ਅਡਾਨੀ ਨੇ ਖਰੀਦਿਆ, ਤਾਂ ਸਾਡੀ ਕੋਈ ਖਬਰ ਨਹੀਂ ਆਉਂਦਾ। ਪਿੰਡ ਦੇ ਵਿੱਚ ਕਈ ਬੰਦੇ ਹੋਣਗੇ, ਮਤਲਬ ਇਹ ਜਿਹੜੇ ਪੱਗਾਂ ਬੰਨ੍ਹਣ ਵਾਲੇ ਹੈ ਜਾਂ ਜਿਨ੍ਹਾਂ ਦੇ ਨਾਮ ਦੇ ਪਿੱਛੇ ਸਿੰਘ ਲੱਗਦਾ, ਉਹਨਾਂ ਨੇ ਕਦੇ ਕੋਈ ਅੱਤਵਾਦੀ ਕਾਰਵਾਈ ਕੀਤੀ ਪਿੰਡ 'ਚ? ਨਾ ਜੀ, ਕੋਈ ਕਾਰਵਾਈ ਅੱਤਵਾਦੀ ਕਿਸੇ ਨੇ ਕੋਈ ਇਹੋ ਜਿਹੀ ਕਾਰਵਾਈ ਕੀਤੀ ਵੀ ਅੱਤਵਾਦੀ। ਸਰਕਾਰ ਕਾਹਤੋਂ ਕਹਿੰਦੀ ਅੱਤਵਾਦੀ? ਕੀ ਲੋਕੀ ਲੋੜ ਪੈ ਗਈ ਉਹਨਾਂ ਨੂੰ ਕਿ ਡਰ ਗਏ? ਉਹ ਡਰ ਗਈ ਸਰਕਾਰ, ਡਰੀ ਵੀ ਅੱਤਵਾਦੀ ਕਹੀ ਜਾਂਦੀ ਹੈ ਕਿਸਾਨਾਂ ਨੂੰ। 1 ਮਹੀਨਾ ਹੋ ਗਿਆ, 1 ਮਹੀਨੇ ਤੋਂ ਮੈਂ ਆਇਆ ਤੇ ਸਵੇਰੇ ਮੈਂ ਫੇਰ ਉੱਠ ਜਾਣਾ। ਜਿੰਨਾ ਚਿਰ ਕੰਮ ਨਹੀਂ ਨਿਬੜਦਾ ਉਹਨਾਂ ਚਿਰ ਮੈਂ ਨਹੀਂ ਮੁੜਦਾ। ਗੱਲ ਇਉਂ ਬਾਈ ਜੀ, ਜਦੋਂ ਜ਼ਮੀਨ ਆ ਜਿਹੜੀ ਜ਼ਮੀਨ ਇੱਕ ਸਾਡੀ ਮਾਂ ਹੈ, ਬਜ਼ੁਰਗਾਂ ਤੋਂ ਲੈ ਕੇ ਹੁਣ ਤੱਕ ਸੁਣਦੇ ਆਏ ਆ। ਜਦੋਂ ਮਾਂ ਤੇ ਗੱਲ ਆ ਜੇ ਫਿਰ ਘਰੇ ਬਹਿ ਕੇ ਕੀ ਕਰਨਾ ਯਾਰ। ਘਰ ਚੋਂ ਮੈਂ ਇਕੱਲਾ ਹੋਣ ਕਰਕੇ ਫਿਰ ਵੀ ਆਪਦੇ ਘਰੇ ਕਿਸੇ ਰਿਸ਼ਤੇਦਾਰ ਨੂੰ ਬੁਲਾ ਕੇ 4-5 ਦਿਨ ਟਾਈਮ ਚੋਂ ਟਾਈਮ ਕੱਢ ਕੇ ਲਾ ਕੇ ਆਇਆ ਜੀ ਦਿੱਲੀ। ਆਪਦੀ ਮਾਂ ਦੇ ਲਈ ਲੰਬਾ ਟਾਈਮ ਲੜਨਾ ਪਿਆ ਤਾਂ ਜਾਂਦੇ ਰਹੋਗੇ ਦਿੱਲੀ? ਬਿਲਕੁਲ ਬਿਲਕੁਲ ਯਾਰ। ਸਵੇਰੇ ਅਸੀਂ 8 ਬੰਦਿਆਂ ਦਾ ਅਸੀਂ ਬਣਾਇਆ ਚੇਨ। 8 ਬੰਦੇ ਜਿਵੇਂ ਕੱਲ ਮੁੜੇ 8 ਫੇਰ ਦੁਬਾਰਾ ਚੱਲਾਂਗੇ। ਐ ਲਗਾਤਾਰ ਪਹਿਲਾਂ 10 ਸਾਲ ਤੁਰਿਆ ਜਾਵੇ ਤਾਂ ਅਸੀਂ ਪਛਾਣ ਮੁੜਨ ਲੈ ਨਹੀਂਗੇ। ਸਤਿ ਸ਼੍ਰੀ ਅਕਾਲ ਦੋਸਤੋ, ਜ਼ਿੰਦਾਬਾਦ ਚੈਨਲ ਤੇ ਸਵਾਗਤ ਹੈ। ਮੈਂ ਗੁਰਪਾਲ ਸਿੰਘ ਬਰਾੜ। ਦਿੱਲੀ ਮੋਰਚੇ ਤੋਂ ਲਗਾਤਾਰ ਅਸੀਂ ਕਵਰ ਕਰ ਰਹੇ ਹਾਂ। ਹੁਣ ਪਿੰਡਾਂ ਦੇ ਵਿੱਚ ਆਏ ਹਾਂ, ਕੱਲ ਤੋਂ ਫਿਰ ਦਿੱਲੀ ਮੋਰਚਾ ਕਵਰ ਕਰਾਂਗੇ। ਮੇਰਾ ਆਪਣਾ ਪਿੰਡ ਹੈ ਜਿੱਥੇ ਮੇਰਾ ਜਨਮ ਹੋਇਆ, ਪਿੰਡ ਹਰੀਵਾਲਾ, ਜ਼ਿਲ੍ਹਾ ਫਰੀਦਕੋਟ ਦੇ ਵਿੱਚ। ਹਰ ਪਿੰਡ ਆਪਣੀ ਜ਼ਿੰਮੇਵਾਰੀ ਨਿਭਾ ਰਿਹਾ ਵਾ। ਇਸ ਪਿੰਡ ਦੇ ਵਿੱਚੋਂ ਵੀ ਬਹੁਤ ਸਾਰੇ ਲੋਕਾਂ ਨੇ ਆਪਣੀ ਜ਼ਿੰਮੇਵਾਰੀ ਨਿਭਾਈ ਹੈ। ਕੀ ਸੋਚਦੇ ਨੇ ਪਿੰਡਾਂ ਦੇ ਵਿੱਚ ਬੈਠੇ ਲੋਕ? ਜਿਵੇਂ ਕਹਿੰਦੇ ਨੇ ਵੀ NRI ਵੀ ਕਲੋਨੀਆਂ ਲੈ ਰਹੇ ਨੇ ਵੀ ਕਦੋਂ ਅਸੀਂ ਪੰਜਾਬ ਜਾਈਏ ਤੇ ਕਦੋਂ ਅਸੀਂ ਉਸ ਦਿੱਲੀ ਮੋਰਚੇ ਦੇ ਵਿੱਚ ਸ਼ਾਮਲ ਹੋਈਏ। ਅਸੀਂ ਪਿੰਡ ਵਾਲਿਆਂ ਦਾ ਵੀ ਦਿਲ ਕਰਦਾ ਹੈ ਵੀ ਜਾ ਕੇ ਆਏ ਨੇ। ਇਹਨਾਂ ਦੀ ਪਿੰਡ ਬੈਠਣ ਦੀ ਕੀ ਸੋਚ ਹੈ? ਕਿਉਂਕਿ ਖਬਰਾਂ ਤਾਂ ਹੁਣ ਕੁਛ ਪੱਤਰਕਾਰਾਂ ਦੇ ਰਾਹੀਂ, ਅਖਬਾਰਾਂ ਦੇ ਰਾਹੀਂ ਜਾਂ ਵੈਸੇ ਲੋਕਾਂ ਦੇ ਰਾਹੀਂ ਪਹੁੰਚ ਹੀ ਰਹੀਆਂ ਨੇ। ਕੀ ਸੋਚਦੇ ਨੇ? ਕੱਲ੍ਹ ਵਾਲੀ ਮੀਟਿੰਗ ਤੋਂ ਬੜੀ ਉਮੀਦ ਸੀ। ਅਸੀਂ ਪਿੰਡਾਂ ਦੇ ਵਿੱਚ ਹੁੰਦੇ ਨੇ ਬੋਰਡ ਹੁੰਦੇ ਨੇ ਜਿੱਥੇ ਬੈਠਦੇ ਨੇ, ਫੱਟੇ ਹੁੰਦੇ ਨੇ। ਇੱਥੇ ਇੱਕ ਤਖਤਪੋਸ਼ ਹੈ ਜਿੱਥੇ ਬੈਠ ਕੇ ਮਹਿਫਲ ਲੱਗਦੀ ਆ ਹਮੇਸ਼ਾ ਰਾਤ ਨੂੰ। ਦੇਸ਼ ਪ੍ਰਦੇਸ਼ ਦੀਆਂ ਪਤਾ ਨਹੀਂ ਬੈਠੇ ਬੈਠੇ ਇਹ ਕਿਹੜੇ ਦੇਸ਼ ਦੀ ਗੱਲ ਸ਼ੁਰੂ ਕਰ ਲੈਣ। ਉਹੀ ਲੋਕ ਨੇ ਜਿਨ੍ਹਾਂ ਨਾਲ ਗੱਲਬਾਤ ਕਰਾਂਗੇ ਵੀ ਸਾਡੇ ਦੇਸ਼ ਬਾਰੇ ਕਿਹੋ ਜਿਹੀ ਸਥਿਤੀ ਲੱਗਦੀ ਹੈ। ਕੀ ਲੱਗਦਾ ਵੀ ਇਹ ਜਿੱਤ ਚੁੱਕੇ ਨੇ ਕਿਸਾਨ ਕਿ ਸਰਕਾਰ ਹਜੇ ਨਹੀਂ ਮੰਨਣ ਲਈ ਤਿਆਰ? ਇਹ ਸਾਡੇ ਪਿੰਡ ਦੀ ਜੇ ਮੈਂ ਦੱਸਾਂ ਤਾਂ ਬਰਾੜ ਪੱਤੀ ਵੱਜਦੀ ਹੈ। ਇਹ ਗੁਰਪਾਲ ਸਿੰਘ ਬਰਾੜ ਹੋਣ ਦੇ ਨਾਂ 'ਤੇ ਮੈਨੂੰ ਬਰਾੜਾਂ 'ਤੇ ਵੀ ਮਾਣ ਹੈ। ਇਹ ਬਰਾੜ ਪੱਤੀ ਹੈ। ਇਹਨਾਂ ਨਾਲ ਗੱਲਬਾਤ ਕਰਾਂਗੇ। ਬਾਈ ਕੀ ਨਾਮ ਹੈ ਤੁਹਾਡਾ? ਪਹਿਲਾਂ ਤੁਸੀਂ ਆਪਣਾ। ਮੇਰਾ ਨਾਮ ਜੀ ਜਗਦੀਪ ਸਿੰਘ ਬਰਾੜ। ਅੱਛਾ ਬਾਈ, ਦਿੱਲੀ ਜਾ ਕੇ ਆਏ ਹੋ? ਹਾਂਜੀ, ਜਾ ਕੇ ਆਏ ਜੀ, ਦਿੱਲੀ ਜਾ ਕੇ ਆਏ ਅਸੀਂ। ਕਿੰਨਾ ਟਾਈਮ ਲੈ ਕੇ ਆਏ? ਅਸੀਂ ਜੀ 4-5 ਦਿਨ ਲਾ ਕੇ ਆਏ ਹਾਂ। ਘਰ ਚੋਂ ਮੈਂ ਇਕੱਲਾ ਹੋਣ ਕਰਕੇ ਫਿਰ ਵੀ ਆਪਦੇ ਘਰੇ ਕਿਸੇ ਰਿਸ਼ਤੇਦਾਰ ਨੂੰ ਬੁਲਾ ਕੇ 4-5 ਦਿਨ ਟਾਈਮ ਚੋਂ ਟਾਈਮ ਕੱਢ ਕੇ ਲਾ ਕੇ ਆਏ ਜੀ ਦਿੱਲੀ। ਚਲੋ ਬਹੁਤ ਵਧੀਆ ਗੱਲ। ਕਿਉਂ ਕਿਹੜੀ ਚੀਜ਼ ਹੈ ਬਾਈ ਖਿੱਚ ਕੇ ਲੈ ਕੇ ਜਾਂਦੀ ਦਿੱਲੀ, ਜਿਹੜੀ ਮਤਲਬ ਵੈਸੇ ਲੋਕਾਂ ਨੇ ਦੱਸਿਆ ਕਿ ਵੀ ਦਿੱਲੀ ਬਹੁਤ ਨਜ਼ਾਰਾ, ਜਾਂ ਵੈਸੇ ਐਂ ਲੱਗਿਆ ਵੀ ਹਾਂ ਸਾਡਾ ਫਰਜ਼ ਬਣਦਾ ਜਾਣਾ? ਸਾਡਾ ਪਹਿਲੀ ਗੱਲ ਤਾਂ ਫਰਜ਼ ਬਣਦਾ ਜੀ ਕਿਸਾਨੀ ਦਾ। ਸਾਡੇ ਨਾਲ ਕੇਂਦਰ ਦੀ ਸਰਕਾਰ ਬਹੁਤ ਜ਼ਿਆਦਾ ਧੱਕਾ ਕਰ ਰਹੀ ਹੈ, ਸਾਡੀ ਜ਼ਮੀਨਾਂ ਖੋਹਣ ਦੀ ਤਿਆਰੀ ਕਰ ਰਹੀ ਆ। ਇਸ ਕਰਕੇ ਅਸੀਂ ਜਾ ਰਹੇ ਹਾਂ। ਬਾਕੀ ਜਦੋਂ ਸਾਡੇ ਭਰਾ ਉੱਥੇ ਸੜਕਾਂ 'ਤੇ ਪਏ ਵੇਖੀ ਦੇ ਆ, ਬਹੁਤ ਔਖ ਦੀ ਜ਼ਿੰਦਗੀ ਆ। ਕੋਈ ਸੜਕ 'ਤੇ ਪੈਣਾ ਨਿੱਕੀ ਜੀ ਗੱਲ ਨਹੀਂ ਗੀ। ਉਹਨਾਂ ਦੀ ਔਖ ਕਰਕੇ ਸਾਡਾ ਇੱਥੇ ਮਨ ਭਾਵਕ ਹੋਇਆ। ਸਾਡੀਆਂ ਇੱਥੇ ਕੋਈ ਵੀ ਸੱਥ ਦੇ ਵਿੱਚ ਕੋਈ ਕਿਸੇ ਵਿਆਹ ਸ਼ਾਦੀ ਦੀ ਕੋਈ ਗੱਲ ਨਹੀਂ ਚੱਲ ਰਹੀ, ਸਿਰਫ ਦਿੱਲੀ ਦੀ ਗੱਲ ਚੱਲ ਰਹੀ ਆ ਵੀ ਕਦੋਂ ਅਸੀਂ ਜਿੱਤ ਕੇ ਦਿੱਲੀੋਂ ਮੁੜੀਏ। ਹਾਂ ਬਈ, ਜਦੋਂ ਅਸੀਂ ਪਹਿਲਾਂ ਇੱਥੋਂ ਲੰਘਦੇ ਸੀ, ਕਦੇ ਟੱਪਦੇ ਸੀ, ਤਾਂ ਇਸ ਜਿਹੜੀ ਆਹ ਖਾਸ ਕਰਕੇ ਪੁਆਇੰਟ ਹੈ ਜਿੱਥੇ ਆਪਣੇ ਪਿੰਡ ਦੇ ਲੋਕ ਬੈਠਦੇ ਆ, ਇੱਥੇ ਹਾਸਾ ਠੱਠਾ ਚੱਲਦਾ ਸੀ। ਕੋਈ ਨਾ ਕੋਈ ਇਹੋ ਜਿਹੀਆਂ ਗੱਲਾਂ ਚੱਲਦੀਆਂ ਸੀ ਜਿਹਦੇ ਨਾਲ ਕੋਈ ਬੰਦਾ ਖੁਸ਼ ਹੋ ਜੇ। ਪਰ ਉਸ ਦਿਨ ਤੋਂ ਲੈ ਕੇ ਇਹੀ ਗੱਲ ਚੱਲਦੀ, ਇਹੀ ਚਿੰਤਾ ਕਰਦਾ ਹਰ ਬੰਦਾ ਕਿ ਕੋਈ ਬੰਦਾ ਇਹ ਵੀ ਆ ਕੇ ਕਹਿ ਦਿੰਦਾ ਕਿ ਕੋਈ ਇੱਕ ਅੱਧਾ ਬੰਦਾ ਮਿਲਿਆ ਜਿਹੜਾ ਕਹਿ ਦਿੰਦਾ ਚਲੋ ਕੀ ਹੋ ਜਾਊਗਾ ਜੇ ਪਾਸ ਹੋ ਜਾਣਗੇ। ਨਹੀਂ ਜੀ, ਅਸੀਂ ਸਾਰੀ ਦਿਹਾੜੀ ਇਸੇ ਚਿੰਤਾ 'ਚ ਰਹਿੰਦੇ ਹਾਂ। ਹੁਣ ਰਾਤ ਮੀਟਿੰਗ ਚੱਲ ਰਹੀ ਸੀ ਆਪਣੀ ਕਿਸਾਨ ਜਥੇਬੰਦੀਆਂ ਦੀ। ਰਾਤ 9-9:30 ਵਜੇ ਜਦੋਂ ਵੀ ਜਥੇਬੰਦੀਆਂ ਵਾਲੇ ਆਏ ਇੱਥੇ ਆਨਲਾਈਨ, ਅਸੀਂ ਸਾਡੇ ਨਾਲ ਇੱਥੇ ਬਜ਼ੁਰਗ ਵੀ ਬੈਠੇ ਆ, ਸਾਨੂੰ ਪੁੱਛਦੇ ਆ, ਅਸੀਂ ਮੋਬਾਈਲ ਚਲਾ ਲੈਂਦੇ ਹਾਂ ਵੀ ਕੀ ਬਣਿਆ। ਉਹਨਾਂ ਨੂੰ ਅਸੀਂ ਦੱਸਿਆ ਵੀ ਦੋ ਤਿੰਨ ਜਿਹੜੇ ਮੁੱਦੇ ਆ ਉਹ 'ਤੇ ਕੇਂਦਰ ਸਰਕਾਰ ਰਾਜੀ ਹੋ ਗਈ ਹੈ। ਹਜੇ ਬਾਕੀ ਜਿਹੜੇ ਆਪਣੇ 3 ਬਜ਼ੁਰਗ ਆ ਕੇ ਪੁੱਛਦੇ ਜ਼ਰੂਰ ਤੁਹਾਨੂੰ ਰੋਜ਼। ਹਾਂ, ਬਜ਼ੁਰਗ ਵੀ ਬਹੁਤ ਜ਼ਿਆਦਾ ਫਿਕਰ ਕਰ ਰਹੇ ਆ ਵੀ ਇਹ ਉੱਥੇ ਕੀ ਬਣਿਆ, ਕਿਉਂ ਉਹਨਾਂ ਨੂੰ ਮੋਬਾਈਲ ਤਾਂ ਚਲਾਉਣੇ ਆ ਨਹੀਂ ਰਹੇ। ਅਤੇ ਦੂਜਾ ਜਿਹੜਾ ਆਪਣਾ ਮੀਡੀਆ ਵੱਡਾ ਨੈਸ਼ਨਲ ਮੀਡੀਆ, ਉਹ ਕਿਸਾਨਾਂ ਦੇ ਉਲਟ ਖਬਰਾਂ ਦਿਖਾ ਰਿਹਾ। ਜਿਹੜੇ ਆਪਣੇ ਕੁਛ ਇੱਥੋਂ ਦੇ ਚੈਨਲ ਆ ਜਿਹੜੇ ਉਹ ਬਹੁਤ ਵਧੀਆ ਦਿਖਾ ਰਹੇ ਆ ਸਾਨੂੰ। ਕਦੇ ਤਾਂ ਵੱਡਾ ਮੀਡੀਆ ਅੱਤਵਾਦੀ ਕਹਿ ਰਿਹਾ, ਖਾਲਸਤਾਨੀ ਕਹਿ ਰਿਹਾ, ਪਰ ਇਹਨਾਂ 'ਚ ਕੋਈ ਵੀ ਆ ਜਾਂ ਕਿਸਾਨ ਹੈ ਨਹੀਂ ਗਾ। ਸਾਰੇ ਅਸੀਂ ਖੇਤੀ ਨਾਲ ਜੁੜੇ ਹੋਏ ਹਾਂ। ਅੱਛਾ ਬਾਈ, ਪਿੰਡ ਦੇ ਵਿੱਚ ਕਈ ਬੰਦੇ ਹੋਣਗੇ, ਮਤਲਬ ਜਿਹੜੇ ਪੱਗਾਂ ਬੰਨ੍ਹਣ ਵਾਲੇ ਹੈ ਜਾਂ ਜਿਨ੍ਹਾਂ ਦੇ ਨਾਮ ਦੇ ਪਿੱਛੇ ਸਿੰਘ ਲੱਗਦਾ, ਉਹਨਾਂ ਨੇ ਕਦੇ ਕੋਈ ਅੱਤਵਾਦੀ ਕਾਰਵਾਈ ਕੀਤੀ ਪਿੰਡ 'ਚ? ਨਾ ਜੀ, ਕੋਈ ਕਾਰਵਾਈ ਅੱਤਵਾਦੀ ਕਿਸੇ ਨੇ ਕੋਈ ਇਹੋ ਜਿਹੀ ਕਾਰਵਾਈ ਕੀਤੀ ਵੀ ਅੱਤਵਾਦੀ। ਸਰਕਾਰ ਕਾਹਤੋਂ ਕਹਿੰਦੀ ਅੱਤਵਾਦੀ? ਕੀ ਲੋੜ ਪੈ ਗਈ ਉਹਨਾਂ ਨੂੰ ਕਿ ਡਰ ਗਏ? ਉਹ
ਡਰ ਗਈ ਸਰਕਾਰ, ਡਰੀ ਵੀ ਅੱਤਵਾਦੀ ਕਹੀ ਜਾਂਦੀ ਹੈ ਕਿਸਾਨਾਂ ਨੂੰ ਵੀ ਕਿਸਾਨ ਮੰਗਾਂ ਮੰਗਦੇ ਆ ਤੇ ਇਹਨਾਂ ਨੂੰ ਅੱਤਵਾਦੀ ਕਹੋ। ਇਹ ਆਪਸ ਵਿੱਚ ਲੜ ਪੈਣ ਜਾਂ ਇਹਨਾਂ ਤੇ ਕੋਈ ਪ੍ਰੈਸ਼ਰ ਪੈ ਜਾਵੇ। ਹਾਂ ਵੀ ਕਿਸਾਨ ਆਪਸ ਵਿੱਚ ਲੜ ਪੈਣਾ, ਇਹਨਾਂ ਤੇ ਅੱਤਵਾਦੀ ਕਹਿ ਕੇ ਇਹਨਾਂ ਨੂੰ ਇੱਥੋਂ ਇਹਨਾਂ ਦਾ ਜਿਹੜਾ ਧਰਨਾ ਉਹ ਨਖੇੜਿਆ ਜਾਵੇ। ਇਸ ਕਰਕੇ ਸਰਕਾਰ ਇਹਨਾਂ ਨੂੰ ਜਾਣਬੁੱਝ ਕੇ ਅੱਤਵਾਦੀ ਕਹਿ ਰਹੀ ਕਿਸਾਨਾਂ ਨੂੰ। ਕੱਲ੍ਹ ਵਾਲੀ ਮੀਟਿੰਗ ਤੇ ਕਿੰਨੀ ਕੁ ਆਸ ਸੀ ਸੰਦੀਪ? ਕੀ ਲੱਗਦਾ ਸੀਗਾ ਇੱਥੇ ਮੈਂ ਕਿਉਂਕਿ ਇੱਕ ਪਿੰਡ ਦੀ ਗੱਲ ਕਹਾਣੀ ਹਰ ਸਾਰੇ ਪਿੰਡਾਂ ਵਰਗੀ ਸੇਮ ਹੀ ਹੋਣੀ ਹੈ। ਕੱਲ੍ਹ ਵਾਲੀ ਮੀਟਿੰਗ ਕਹਿੰਦੇ ਬਹੁਤ ਵੱਡੀ ਸੀ। ਕੱਲ੍ਹ ਵਾਲੀ ਤੇ ਉਮੀਦ ਸੀਗੀ ਵੀ ਕੁਝ ਬਣੂਗਾ। ਹਾਂਜੀ ਉਮੀਦ ਸੀਗੀ, ਪਰ ਕੀ ਚਰਚਾ ਚੱਲਦੀ ਸੀ? ਚਰਚਾ ਚੱਲਦੀ ਸੀ ਵੀ ਕੱਲ ਵੀ ਕਾਨੂੰਨ ਰੱਦ ਹੋ ਜਾਣਗੇ, ਪਰ ਨਹੀਂ ਹੋਏ। ਤੇ ਬਜ਼ੁਰਗ ਪੁੱਛਦੇ ਹੋਣੇ ਤੜਕੇ ਤੁਸੀਂ ਜਿਵੇਂ ਸਾਨੂੰ ਵੀ ਬਹੁਤ ਲੋਕ ਪੁੱਛਦੇ ਸੀ, ਤੁਹਾਨੂੰ ਬਹੁਤ ਨੌਲੇਜ ਆ। ਅਸੀਂ ਕਹਿੰਦੇ ਮੀਟਿੰਗ ਵੱਡੀ ਹੈ ਇਹ, ਤੁਹਾਨੂੰ ਵੀ ਪੁੱਛਦੇ ਸੀ ਬਜ਼ੁਰਗ ਵੀ ਕੱਲ੍ਹ ਵਾਲੀ ਮੀਟਿੰਗ? ਹਾਂਜੀ ਬਜ਼ੁਰਗ ਤਾਂ ਪੁੱਛਦੇ ਸੀ, ਪਰ ਸਾਰੇ ਆਸ ਸੀਗੀ ਵੀ ਕਾਨੂੰਨ ਰੱਦ ਹੋ ਜਾਣਗੇ, ਪਰ ਨਹੀਂ ਹੋਏ। ਸ਼ਾਮ ਨੂੰ ਫਿਰ ਦਿਲ ਟੁੱਟਿਆ ਪੂਰਾ? ਫਿਰ ਦਿਲ ਤਾਂ ਟੁੱਟਣਾ ਹੀ ਮੇਰੇ, ਜੋ ਰੱਦ ਨਹੀਂ ਹੋਏ ਨਾ ਦਿਲ। ਕੀ ਲੱਗਦਾ ਜੇ ਹੁਣ ਜੇ ਕੱਲ੍ਹ ਐਡੀ ਤਕੜੀ ਮੀਟਿੰਗ ਹੋਈ ਉਹਦੇ ਵਿੱਚ ਵੀ ਮਤਲਬ ਨਹੀਂ ਮਤਲਬ ਮੰਨੀ ਸਰਕਾਰ, ਐਡਾ ਕੁਛ ਇੰਨਾ ਕੁਛ ਮਤਲਬ ਇਕੱਠ ਵੱਧ ਗਿਆ, ਇੰਨਾ ਖਾਲਸਾ ਐਡੇ ਲੰਗਰ ਲਾਤੇ ਜਿਨ੍ਹਾਂ ਚੀਜ਼ਾਂ ਨੂੰ ਸਰਕਾਰ ਸੋਚਦੀ ਸੀ ਵੀ ਇਹ ਭੁੱਖੇ ਮਰ ਜਾਣਗੇ, ਵਾਪਸ ਚਲ ਜਾਣਗੇ, ਹਜੇ ਵੀ ਸਰਕਾਰ ਨਹੀਂ ਮੰਨਦੀ ਤਾਂ ਮੰਨੂਗੀ? ਹਾਂ ਆਖਰ ਮੰਨਣਾ ਹੀ ਪਊਗਾ ਸਰਕਾਰ ਨੂੰ ਮੇਰੇ, ਕੁਛ ਨਾ ਕੋਈ ਅਗਲੀ ਮੀਟਿੰਗ ਤੇ ਨਹੀਂ ਤਾਂ ਉਦੋਂ ਅਗਲੀ ਤੇ ਹੱਲ ਤਾਂ ਹੋ ਗਈ, ਕਿਸਾਨ ਜਿੱਤ ਕੇ ਮੁੜਨਗੇ ਮੋਰਚਾ। ਪੱਕਾ ਲੱਗਦਾ ਜਿੱਤ? ਹਾਂ ਪੱਕਾ ਹੀ ਲੱਗਦਾ ਵੀਰੇ। ਕੀ ਲੱਗਦਾ ਠਾਕੁਰ ਵੀ ਜਿੱਤ ਕੇ ਮੁੜਨਗੇ ਸਰਕਾਰ? ਹਾਂਜੀ ਜ਼ਰੂਰ ਜਿੱਤ ਕੇ ਮੁੜਨਗੇ। ਪੰਜਾਬ ਕਿਸਾਨ ਜਿੱਤ ਕੇ ਮੁੜਨਗੇ? ਹਾਂਜੀ ਕਿਸਾਨ ਜਿੱਤ ਕੇ ਮੁੜਨਗੇ ਜੀ। ਕਿਉਂ ਲੱਗਦਾ? ਸਰਕਾਰ ਤਾਂ ਮੰਨਣ ਤੇ ਨਹੀਂ ਆ ਰਹੀ। ਕਿਸਾਨ ਵੱਧ ਤੋਂ ਵੱਧ ਪਹੁੰਚ ਰਹੇ ਉੱਥੇ ਦਿਨੋਂ ਦਿਨ। ਸਾਡੇ ਪਿੰਡ ਦੇ ਵੀ ਕੋਈ ਆਈ ਜਾਂਦਾ, ਬਹੁਤ ਜ਼ਿਆਦਾ ਬੰਦੇ ਜਾ ਰਹੇ ਆ ਜੀ। ਅਸੀਂ ਵੀ ਜਾਵਾਂਗੇ ਜੀ। ਆਮ ਤੌਰ ਤੇ ਜਦੋਂ ਪਿੰਡਾਂ ਦੇ ਵਿੱਚ ਕਈ ਵਾਰੀ ਟੂਰਨਾਮੈਂਟ ਹੁੰਦੇ ਨੇ ਜਾਂ ਵੈਸੇ ਕੋਈ ਚੀਜ਼ਾਂ ਹੁੰਦੀਆਂ ਨੇ ਤਾਂ ਅੱਧਾ ਕੁ ਪਿੰਡ ਇੱਕ ਪਾਸੇ ਹੁੰਦਾ, ਅੱਧਾ ਕੁ ਪਿੰਡ ਇੱਕ ਪਾਸੇ ਹੁੰਦਾ। ਪਰ ਹੁਣ ਜਿਹੜਾ ਪੰਜਾਬ ਹੈ ਪੂਰਾ ਹੈ ਨਾ, ਉਹ ਸਾਰਾ ਇੱਕ ਜਗ੍ਹਾ 'ਤੇ ਹੋਇਆ ਹੋਇਆ। ਅਤੇ ਜਦੋਂ ਸਾਰੀ ਕਹਿੰਦੇ ਹੁੰਦੇ ਜਦੋਂ ਏਕਾ ਹੋ ਜੇ, ਏਕਾ ਜਿੱਤ ਕੇ ਆਉਂਦਾ। ਪਰ ਪੰਜਾਬ ਦੇ ਏਕੇ ਦੇ ਵਿੱਚ ਸ਼ੁਰੂ ਤੋਂ ਅਸੀਂ 4-5 ਮਹੀਨਿਆਂ ਤੋਂ ਇਹ ਗੱਲ ਕਹਿ ਰਹੇ ਹਾਂ ਵੀ ਚਲੋ ਢਹਿੰਦੀ ਕਲਾ ਦੀ ਗੱਲ ਨਹੀਂ ਕਰਨੀ, ਚੜ੍ਹਦੀ ਕਲਾ ਦੀ ਗੱਲ ਕਰਨੀ, ਵੀ ਜਿੱਤਾਂਗੇ ਅਸੀਂ, ਠੋਕ ਦਿਆਂਗੇ ਮੋਦੀ ਨੂੰ। ਬਹੁਤ ਮੁੰਡਿਆਂ ਨੇ ਕੁਛ ਕਿਹਾ। ਰਾਜਨੀਤੀ ਦੇ ਵਿੱਚ ਸੰਬੰਧ ਰੱਖਦੇ ਹੋ ਤੁਸੀਂ, ਕੀ ਕਹਿੰਦੀ ਹੈ ਤੁਹਾਡੀ ਰਾਜਨੀਤੀ ਵੀ ਇਹ ਕੁਛ ਨਾ ਕੁਛ ਲੈ ਕੇ ਡਿੱਗਣਗੇ ਕਿਸਾਨ? ਕਿ ਮਤਲਬ ਸਰਕਾਰ ਕੋਈ ਇਹੋ ਜਿਹੀ ਰਣਨੀਤੀ ਘੜ ਰਹੀ ਹੈ ਜਿਹੜਾ ਕਿਸਾਨਾਂ ਨੂੰ ਕਿਸੇ ਹੋਰ ਤਰੀਕੇ ਨਾਲ ਮਾਰਿਆ ਜਾਵੇ? ਗੱਲ ਇਉਂ ਬਾਈ ਜੀ, ਜਦੋਂ ਜ਼ਮੀਨ ਹੈ ਜਿਹੜੀ ਜ਼ਮੀਨ ਇੱਕ ਸਾਡੀ ਮਾਂ ਹੈ, ਬਜ਼ੁਰਗਾਂ ਤੋਂ ਲੈ ਕੇ ਹੁਣ ਤੱਕ ਸੁਣਦੇ ਆਏ ਹੈ। ਜਦੋਂ ਮਾਂ ਤੇ ਗੱਲ ਆ ਜੇ ਫਿਰ ਘਰੇ ਬਹਿ ਕੇ ਕੀ ਕਰਨਾ ਯਾਰ? ਮਾਂ ਤੇ ਘਰੇ ਆਉਂਦਾ ਜਦੋਂ ਕੋਈ ਜ਼ਮੀਨ ਦੀ ਗੱਲ ਕਰਦਾ, ਮਨ ਦੁਖੀ ਹੋ ਜਾਂਦਾ। ਤੇ ਦੂਜੀ ਗੱਲ ਜਿਹੜੀ ਅੱਤਵਾਦ ਕਹਿੰਦੇ ਇਹ, ਕੋਈ ਅੱਤਵਾਦ ਨਹੀਂ ਭਰਾਵੋ, ਸਾਰੇ ਕਿਸਾਨ ਗਏ ਆ ਉੱਥੇ ਕਿਸਾਨ ਗਏ ਆ ਮੇਰੇ ਵੀਰ। ਕਹਿੰਦੇ ਕਿ ਬਾਈ ਕਹਿੰਦੇ ਕਿਉਂ ਅੱਤਵਾਦੀ? ਉਹਨਾਂ ਨੂੰ ਕੀ ਲੋੜ ਪਈ ਹੈ? ਉਹ ਤੋੜਨਾ ਚਾਹੁੰਦੇ ਆ। ਫਿਰ ਹਰ ਨੀਤੀ ਸਰਕਾਰ ਨੇ ਵਰਤ ਲਈ, ਹੁਣ ਐਟ ਦੇ ਐਂਡ ਅੱਤਵਾਦੀ ਕਹਿਣ ਲੱਗ ਗਏ। ਮੋਦੀ ਹੈ ਜਿਹੜਾ ਅੰਬਾਨੀ ਅਡਾਨੀ ਦਾ ਇੱਕ ਪਾਲਤੂ ਬੰਦਾ ਖਰੀਦਿਆ ਹੋਇਆ। ਨੈਸ਼ਨਲ ਮੀਡੀਆ ਸਾਰਾ ਅੰਬਾਨੀ ਅਡਾਨੀ ਨੇ ਖਰੀਦਿਆ, ਤਾਂ ਹੀ ਸਾਡੀ ਕੋਈ ਖਬਰ ਨਹੀਂ ਆਉਂਦਾ। ਧੰਨਵਾਦ ਆ ਤੁਹਾਡਾ ਜਿਹੜਾ ਸਾਡੇ ਪਿੰਡ ਆਏ ਆ ਮੇਰੇ ਵੀਰ, ਜਿਨ੍ਹਾਂ ਨੇ ਆ ਕੇ ਸਾਡੀ ਹਾਲ ਚਾਲ ਪੁੱਛਿਆ। ਤੇ ਉੱਥੇ ਜਿਹੜਾ ਦਿੱਲੀ ਤੁਸੀਂ ਦੇਈ ਜਾਂਦੇ ਡਿਊਟੀ, ਬਹੁਤ ਬਹੁਤ ਧੰਨਵਾਦ ਆ ਤੁਹਾਡਾ। ਅੱਛਾ ਭਾਈ, ਜੇ ਤੁਸੀਂ ਜ਼ਮੀਨ ਨੂੰ ਆਪਾਂ ਮਾਂ ਹੀ ਕਹਿੰਦੇ ਆ ਤਾਂ ਜੇ ਜਿਵੇਂ ਮੁੰਡੇ ਕਹਿ ਰਹੇ ਵੀ ਅਸੀਂ ਮੈਂ ਇਕੱਲਾ ਹੋ ਕੇ ਵੀ ਰਿਸ਼ਤੇਦਾਰ ਨੂੰ ਸੱਦ ਕੇ ਗਿਆ, ਤਾਂ ਪਤਾ ਗੱਲ ਕੀ ਹੁੰਦੀ ਹੈ? ਖਾਸ ਕਰਕੇ ਨੌਜਵਾਨ ਖੂਨ ਦੇ ਵਿੱਚ ਇਹ ਗੱਲ ਹੁੰਦੀ ਵੀ ਆਪਾਂ ਲੜਾਈ ਸ਼ੁਰੂ ਕਰ ਲੈਂਦੇ ਹਾਂ, ਪਰ ਲੜਾਈ ਕਈ ਵਾਰੀ ਲੰਬੀ ਹੋ ਜਾਏ ਨਾ, ਫਿਰ ਬਜ਼ੁਰਗ ਹੀ ਕੰਮ ਆਉਂਦੇ ਆ। ਨੌਜਵਾਨ ਸਬਰ ਨਹੀਂ ਕਰਦਾ। ਆਪਦੀ ਮਾਂ ਦੇ ਲਈ ਲੰਬਾ ਟਾਈਮ ਲੜਨਾ ਪਿਆ ਤਾਂ ਜਾਂਦੇ ਰਹੋਗੇ ਦਿੱਲੀ? ਬਿਲਕੁਲ ਯਾਰ। ਸਵੇਰੇ ਅਸੀਂ 8 ਬੰਦਿਆਂ ਦਾ ਅਸੀਂ ਬਣਾਇਆ ਚੇਨ। 8 ਬੰਦੇ ਜਿਵੇਂ ਕੱਲ ਮੁੜੇ, 8 ਫੇਰ ਦੁਬਾਰਾ ਚੱਲਾਂਗੇ। ਐ ਲਗਾਤਾਰ ਪਹਿਲਾਂ 10 ਸਾਲ ਤੁਰਿਆ ਜਾਵੇ ਤਾਂ ਅਸੀਂ ਪਛਾਣ ਮੁੜਨ ਵਾਲੇ ਨਹੀਂਗੇ। ਇਵੇਂ ਚੱਲੂ ਕੰਮ। ਇਹ ਤਾਂ ਬਹੁਤ ਵਧੀਆ। ਇਹ ਵੀ ਸਾਡੇ ਪਿੰਡ ਦੇ ਖਾਸ ਸ਼ਖਸੀਅਤ ਨੇ। ਤੁਸੀਂ ਉੱਥੇ ਜਾ ਕੇ ਆ, ਕੀ ਨਾਮ ਹੈ? ਪਹਿਲਾਂ ਆਪਣਾ ਨਾਮ ਦੱਸ ਦਿਓ। ਗੁਰਦੀਪ ਸਿੰਘ। ਗੁਰਦੀਪ ਸਿੰਘ, ਤੁਸੀਂ ਉੱਥੇ ਦਿੱਲੀ ਜਾ ਕੇ ਆਏ ਹੋ, ਕਾਫੀ ਦੇਰ ਰਹਿ ਕੇ ਆਏ ਹੋ। ਕਿਹੋ ਜਿਹਾ ਮਾਹੌਲ ਸੀਗਾ ਉੱਥੇ? ਲੱਗਦਾ ਵੀ ਲੋਕ ਡੋਲ ਜਾਣਗੇ? ਨਾ ਜੀ, ਉਹ ਤਾਂ ਨਹੀਂ ਹਿਲਦੇ, ਉਹ ਬਿਲਕੁਲ ਨਹੀਂ ਹਿਲਦੇ। ਜਿਹੜੇ ਬਜ਼ੁਰਗ ਬੰਦੇ ਆ ਉਹ ਤਾਂ ਜਮਾਂ ਹੀ ਆਉਂਦੇ, ਅਸੀਂ ਤਾਂ ਇੱਥੇ ਹੀ ਰਵਾਂਗੇ। ਉੱਥੇ ਹਰ ਵਾਰੀ ਤੁਸੀਂ ਬਹੁਤ ਸੰਘਰਸ਼ਾਂ ਤੇ ਜਾਂਦੇ ਹੋਵੋਗੇ, ਹਰ ਵਾਰੀ ਪਹਿਲਾਂ ਉੱਥੇ ਬਜ਼ੁਰਗ ਹੀ ਜਾਂਦੇ ਹੁੰਦੇ ਸੀ, ਯਾਦ ਕਿ ਨੌਜਵਾਨ ਦੇਖੇ ਉੱਥੇ? ਹਾਂ ਬਹੁਤ ਜ਼ਿਆਦਾ, ਮਾਤਾ ਬਹੁਤ ਆਤੀ। 1 ਮਹੀਨਾ ਹੋ ਗਿਆ, 1 ਮਹੀਨੇ ਤੋਂ ਮੈਂ ਆਇਆ ਤੇ ਸਵੇਰੇ ਮੈਂ ਫੇਰ ਉੱਠ ਜਾਣਾ। ਜਿੰਨਾ ਚਿਰ ਕੰਮ ਨਹੀਂ ਨਿਬੜਦਾ ਉਹਨਾਂ ਚਿਰ ਮੈਂ ਨਹੀਂ ਮੁੜਦਾ। ਜਿਹੜੀਆਂ ਉੱਥੇ ਬੀਬੀਆਂ ਮਾਤਾਵਾਂ ਨੇ, ਚਾਹੇ ਕਿੱਡਾ ਮਰਜ਼ੀ ਲੰਬਾ ਚੱਲਦਾ ਰਹੇ ਕੰਮ। ਹਾਂਜੀ ਹਾਂ, ਨਾ ਉਹ ਨਹੀਂ ਮੁੜਦੀਆਂ। ਅੱਛਾ, ਪਿੰਡ ਹਰੀਆ ਵਾਲੇ ਦੇ ਵਾਸੀ ਨੇ, ਇਹਨਾਂ ਦਾ ਕਹਿਣਾ ਕਿ ਅਸੀਂ ਚਾਹੇ 10 ਸਾਲ ਬਾਅਦ ਸਮਾਂ ਚੱਲਦਾ ਰਹੇ ਇਹ ਜਿਹੜਾ ਮੋਰਚਾ ਹੈ, ਪਰ ਇਹਨਾਂ ਨੂੰ ਕੱਲ੍ਹ ਜਿਵੇਂ ਵਾਰ-ਵਾਰ ਅਸੀਂ ਗੱਲ ਕਰਦੇ ਹਾਂ ਵੀ ਕੱਲ੍ਹ ਜਿਵੇਂ ਇਹਨਾਂ ਨੂੰ ਉਮੀਦ ਜ਼ਰੂਰ ਸੀਗੀ ਕਿ ਅਸੀਂ ਜਿਹੜੀ ਕੱਲ੍ਹ ਵਾਲੀ ਮੀਟਿੰਗ ਉਹਦੇ ਵਿੱਚ ਕੁਛ ਨਾ ਕੁਛ ਹੋ ਕੇ ਨਿਬੜੂਗਾ, ਪਰ ਕੱਲ੍ਹ ਵੀ ਹੋ ਕੇ ਨਿਬੜਿਆ। ਬਜ਼ੁਰਗ ਇਹਨਾਂ ਨੂੰ, ਨੌਜਵਾਨ ਮੁੰਡਿਆਂ ਨੂੰ ਪੁੱਛਦੇ ਆ ਵੀ ਕੁਛ ਬਣੂਗਾ, ਕੁਛ ਨਿਕਲੂਗਾ, ਪਰ ਜਦੋਂ ਸ਼ਾਮ ਨੂੰ ਦੱਸਣਾ ਪੈਂਦਾ ਇਹਨਾਂ ਦੇ ਵਿਚਾਰਿਆਂ ਦਾ ਖੁਦ ਦਾ ਦਿਲ ਦੁਖਦਾ, ਬਜ਼ੁਰਗਾਂ ਦਾ ਦਿਲ ਟੁੱਟਦਾ ਵੀ ਹਜੇ ਵੀ ਮੋਦੀ ਨਹੀਂ ਮੰਨਿਆ। ਇੱਕ ਨੌਜਵਾਨ ਮੁੰਡਾ ਹੋਰ ਹੈ। ਕੀ ਕੰਮ ਕਰਦੇ ਹੋ ਇੱਥੇ? ਆਪਾਂ ਖੇਤੀਬਾੜੀ ਕਰਦੇ ਹਾਂ ਜੀ। ਖੇਤੀਬਾੜੀ ਦੇ ਨਾਲ ਕਿੱਡਾ ਤੈਨੂੰ ਕੀ ਲੱਗਦਾ ਵੀ ਕਿੰਨਾ ਵੱਡਾ ਨੁਕਸਾਨ ਹੋਊਗਾ ਸਾਡਾ ਇੱਥੋਂ ਦਾ? ਤੇ ਜੇ
ਇਹ ਨੁਕਸਾਨ ਤੋਂ ਬਚਾਉਣ ਦੇ ਲਈ ਜੇ ਲੜਨਾ ਪਿਆ ਤਾਂ ਕਿੰਨਾ ਕੁ ਲੜਨ ਨੂੰ ਤਿਆਰ ਹੋ? ਬਹੁਤ ਲੜਨ ਨੂੰ ਤਿਆਰ ਹਾਂ ਜੀ। ਖੇਤੀਬਾੜੀ ਸਾਡੀ ਵੀ ਰੋਜੀ ਰੋਟੀ ਹੈ ਜੀ, ਤੇ ਜੇ ਇਹ ਨਾ ਰਹੀ ਫਿਰ ਤਾਂ ਇਹ ਤੋਂ ਬਾਅਦ ਕੁਛ ਨਹੀਂ ਗਾ ਜੀ। ਮਜ਼ਦੂਰ ਨਾਲ ਨੇ ਬਾਈ। ਤੁਹਾਡੇ ਕੋਲੇ ਆਪਦੇ ਨਾਮ ਤੇ ਜ਼ਮੀਨ ਹੈਗੀ ਹੈ? ਨਹੀਂ ਜੀ। ਕੀ ਸਮਝਦੇ ਹੋ ਕਿਸਾਨ ਦੇ ਨਾਲ ਕੀ ਰਿਸ਼ਤਾ? ਮੰਨ ਲਓ ਜੇ ਇਹ ਕਾਨੂੰਨ ਪਾਸ ਹੁੰਦਾ ਹੈ, ਤੁਹਾਨੂੰ ਓਨਾ ਹੀ ਦੁੱਖ ਲੱਗਦਾ? ਆ ਕਿਸਾਨ ਦਾ ਹੀ ਸਾਰਾ ਕੁਝ ਜਿੱਥੇ ਮੈਂ ਕਰਕੇ ਆਇਆ। ਜੇ ਇਹੀ ਨਾ ਰਹੂਗਾ ਤਾਂ ਫਿਰ ਮੈਂ ਕਿੱਥੇ ਜਾਊਂਗਾ? ਮੋਦੀ ਛੜਾ ਬੰਦਾ, ਇਹਦੇ ਨਾਲ ਡਰਮੀ ਚਕਾ ਕੇ ਮੇਰੇ ਨਾਲ ਇਹਨੂੰ ਤੁਰਿਆ ਵੇ, ਫੇਰ ਲੱਗੇ ਇਹਨੂੰ ਪਤਾ ਵੀ ਕਿਵੇਂ ਬੱਚੇ ਪਾਲਣੇ। ਛੜਾ ਬੰਦਾ, ਇਹਨੂੰ ਕੋਈ ਪਰਿਵਾਰ ਦੇ ਬਾਰੇ ਪਤਾ ਹੀ ਨਹੀਂ ਇਹਨੂੰ। ਇਹਨਾਂ ਨੂੰ ਕੱਲਾ ਨਾ ਬਸ ਇੰਨਾ ਵੀ ਇੱਕ ਦੂਜੇ ਦੀ ਗੱਲ ਮੰਨਣੀ ਹੁੰਦੀ। ਜਿਵੇਂ ਤਕੜੇ ਵੱਡੇ ਬੰਦੇ ਦੇ ਕਠਪੁਤਲੀ ਬਣੇ ਹੋਏ ਇਹ। ਜਿਵੇਂ ਇੱਕ ਬੰਦਾ ਯਾਰ ਛੜਾ ਪਿੰਡ ਦੇ ਵਿੱਚ ਆ ਜੀ, ਉਹ ਨਹੀਂ ਸਾਰਿਆਂ ਨੂੰ ਸੂਤ ਹੋਣ ਦਿੰਦਾ, ਤੇ ਇਹਨੂੰ ਤਾਂ ਕਿੱਥੇ ਲਿਜਾ ਕੇ ਬਿਠਾਤਾ। ਅੱਛਾ, ਇੱਕ ਕਹਿੰਦੇ ਨੇ ਵੀ ਜਿਹੜਾ ਜੱਟ ਹੈ ਤੇ ਦਲਿਤ ਭਾਈਚਾਰਾ ਹੈ, ਕਿਉਂਕਿ ਉਹਨਾਂ ਨੇ ਪਹਿਲਾਂ ਅਸੀਂ ਅੱਤਵਾਦੀਆਂ ਦੀ ਗੱਲ ਕਰਕੇ ਹਟੇ ਮੋਰਚੇ ਤੇ ਕਹਿੰਦੇ ਅੱਤਵਾਦੀ ਨੇ, ਫਿਰ ਹੁਣ ਇਹ ਗੱਲ ਫੈਲਾ ਰਹੇ ਹਨ ਵੀ ਇਹ ਜਿਹੜੇ ਜੱਟ ਨੇ ਇਹਨਾਂ ਦੇ ਵਿੱਚ ਜੱਟ ਪੁਣਾ ਜ਼ਿਆਦਾ ਹੈ, ਦਲਿਤ ਭਾਈਚਾਰੇ ਇਹਨਾਂ ਦਾ ਕੋਈ ਰਿਸ਼ਤਾ ਨਹੀਂ। ਕੱਲ੍ਹ ਨੂੰ ਬੀਜੇਪੀ ਸਰਕਾਰ ਦਾ ਇਹੀ ਮਨਸੂਬਾ ਰਹੂਗਾ, ਕਿਉਂਕਿ ਹਮੇਸ਼ਾ ਇਹਨਾਂ ਦਾ ਇਹੀ ਰਹਿੰਦਾ ਮੋਦੀ ਦਾ ਵੀ ਆਪਸ 'ਚ ਲੜਾਉਂਦੇ ਆ। ਜੱਟ ਬਿਨਾ ਮਜ਼੍ਹਬੀ ਸਿੱਖ ਦਾ, ਜਾਂ ਜੱਟ ਬਿਨਾ ਸੀਰੀ ਦਾ, ਜਾਂ ਸੀਰੀ ਦਾ ਜੱਟ ਬਿਨਾ, ਤੇ ਜਾਂ ਜੱਟ ਦਾ ਸੀਰੀ ਬਿਨਾ ਸਰ ਜਾਂਦਾ? ਨਹੀਂ ਜੀ, ਕਦੇ ਨਹੀਂ ਸਰਦਾ। ਇੱਕ ਦੂਜੇ ਦਾ ਕੀ ਰਿਸ਼ਤਾ? ਇਹਨਾਂ ਦਾ ਨੌ ਮਸਲਾ ਇਸ ਤਰ੍ਹਾਂ ਇੱਕ ਦੂਜੇ ਦਾ। ਜੇ ਇਹ ਗੱਲ ਸੁਣ, ਕੋਈ ਵੀ ਬੰਦਾ ਹੈਗਾ ਇਹਨੂੰ ਜ਼ਿੰਮੇਵਾਰੀ ਦੇਣੀ ਪੈਂਦੀ ਹੈ। ਜੇ ਕੋਈ ਬੰਦਾ ਹੈਗਾ ਖੇਤ 'ਚ ਕੰਮ ਕਰਦਾ ਨਾ, ਉਹਨੂੰ ਇੱਕ ਆਪਦਾ ਘਰ ਦਾ ਮੈਂਬਰ ਸਮਝਣਾ ਪੈਂਦਾ ਉਹਨੂੰ, ਵੀ ਆਪਣਾ ਖੇਤ 'ਚ ਬੰਦਾ ਛੱਡਿਆ ਹੋਇਆ। ਮਤਲਬ ਇਹ ਜਿਹੜਾ ਕਾਨੂੰਨ ਹੈ, ਚਾਹੇ ਕਿਸੇ ਕੋਲ ਜ਼ਮੀਨ ਹੋਵੇ ਚਾਹੇ ਨਾ ਹੋਵੇ, ਕਾਨੂੰਨ ਦਾ ਨੁਕਸਾਨ ਹਰ ਇੱਕ ਬੰਦਾ ਸਮਝਦਾ। ਹਰ ਇੱਕ ਬੰਦੇ ਨੂੰ ਨੁਕਸਾਨ ਹੈ ਇਹ। ਸਮਝਦੇ ਹੋ ਕਾਨੂੰਨ ਦਾ ਨੁਕਸਾਨ ਹੈ? ਹਾਂਜੀ ਹਾਂਜੀ, ਪੂਰਾ ਨੁਕਸਾਨ। ਐਜ਼ ਅ ਮਜ਼ਦੂਰ ਵੀ ਨੁਕਸਾਨ ਹੈ? ਹਾਂਜੀ ਹਾਂਜੀ, ਪੂਰਾ ਨੁਕਸਾਨ। ਬਾਈ ਚੜ੍ਹਦੀ ਕਲਾ ਦੇ ਵਿੱਚ ਰਹੋਗੇ? ਚੜ੍ਹਦੀ ਕਲਾ ਦੇ ਵਿੱਚ ਵੈਸੇ ਚਲੋ ਮੋਦੀ ਨੇ ਕਾਨੂੰਨ ਪਾਸ ਹਜੇ ਨਹੀਂ ਕੀਤੇ, ਕਾਨੂੰਨ ਰੱਦ, ਪਰ ਚੜ੍ਹਦੀ ਕਲਾ ਦੇ ਵਿੱਚ ਹੈਗੇ ਹੋ। ਲੋਕ ਮੰਗਦੇ ਆ, ਪੁੱਛਦੇ ਆ ਵੀ ਤੁਸੀਂ ਢਹਿੰਦੀ ਕਲਾ ਖੁੰਡਾਂ ਵਾਲੇ ਬੈਠੇ ਬੰਦਿਆਂ ਨੇ ਹੀ, ਤੁਸੀਂ ਇੱਕ ਬਹੁਤ ਤਕੜਾ ਨੈਟਵਰਕ ਹੋ, ਤੁਸੀਂ ਤਾਂ ਚੜ੍ਹਦੀ ਕਲਾ ਚੋਂ ਨਾ ਡੋਲਦੇ ਤਾਂ ਨਹੀਂ? ਇੱਕ ਜਕਾਰਾ ਜ਼ਰੂਰ ਲਾਇਓ ਆਪਣੇ ਪਿੰਡ ਦੇ ਵਿੱਚ ਖੜਾ। ਜਿੰਦਾਬਾਦ ਭਾਰਤੀ ਕਿਸਾਨ ਚੁਣਿਆ ਜਿੰਦਾਬਾਦ। ਬੋਲੇ ਸੋ ਨਿਹਾਲ। ਬੜੀ ਖੁਸ਼ੀ ਹੋਈ ਆਪਣੇ ਪਿੰਡ ਦੇ ਵਿੱਚ। ਮੈਂ ਪਹਿਲੀ ਰਿਪੋਰਟ ਆਪਣੇ ਪਿੰਡ ਦੇ ਵਿੱਚ ਕਰ ਰਿਹਾ, ਜਦੋਂ ਦਾ ਪੱਤਰਕਾਰ ਬਣਿਆ। ਇਹਨਾਂ ਦੀਆਂ ਦੁਆਵਾਂ ਉਮੀਦਾਂ ਦੇ ਨਾਲ ਬਣਿਆ, ਤੇ ਇਹਨਾਂ ਨੇ ਇਹੀ ਉਹ ਲੋਕ ਨੇ ਜਿਹੜੇ ਹਮੇਸ਼ਾ ਜਦੋਂ ਕੋਈ ਪਿੰਡ ਦਾ ਬੰਦਾ ਅੱਗੇ ਜਾ ਕੇ ਉੱਭਰਦਾ ਤਾਂ ਹਮੇਸ਼ਾ ਚੌੜੇ ਹੋ ਕੇ ਚੌੜੀ ਕਰਕੇ ਦੱਸਦੇ ਨੇ ਕਿ ਸਾਡੇ ਪਿੰਡ ਦਾ ਮੁੰਡਾ। ਬੜੀ ਖੁਸ਼ੀ ਹੋਈ ਇਸ ਪਿੰਡ ਦੇ ਵਿੱਚ ਚੜ੍ਹਦੀ ਕਲਾ ਦੇਖ ਕੇ, ਪਰ ਦੁੱਖ ਵੀ ਹੁੰਦਾ ਵੀ ਇਹਨਾਂ ਲੋਕਾਂ ਨੂੰ ਇੱਥੇ ਬੈਠ ਕੇ ਅਸੀਂ ਹਾਸੇ ਠੱਠੇ ਕਰਦੇ ਨੂੰ ਵੇਖਦੇ ਸੀ, ਪਰ ਇੱਕੋ ਇੱਕ ਬੰਦੇ ਨੂੰ, ਜਿਵੇਂ ਇਹਨਾਂ ਨੇ ਦੱਸਿਆ ਵੀ ਜਿਹਦਾ ਪਰਿਵਾਰ ਵੀ ਨਹੀਂ ਹੈ, ਇੱਕੋ ਇੱਕ ਬੰਦੇ ਦੀ ਖਾਤਰ ਇਹ ਬੰਦੇ ਫਿਕਰ 'ਚ ਜ਼ਰੂਰ ਨੇ। ਪਰ ਪੰਜਾਬੀਆਂ ਦੀ ਫਿਤਰਤ ਹੈ, ਫਿਕਰ ਹੋ ਸਕਦਾ ਪਰ ਢਹਿੰਦੀ ਕਲਾ ਨਹੀਂ ਹੋ ਸਕਦੀ। ਉਮੀਦ ਹੈ ਵੀ ਜਲਦੀ ਤੋਂ ਜਲਦੀ ਇਹ ਕਾਲੇ ਕਾਨੂੰਨ ਰੱਦ ਹੋਣਗੇ, ਸਾਡੀਆਂ ਮਾਵਾਂ, ਸਾਡੇ ਬਾਪ, ਸਾਡੇ ਭਰਾ, ਸਾਡੀਆਂ ਭੈਣਾਂ ਵਾਪਸ ਆਉਣਗੀਆਂ, ਅਤੇ ਫਿਰ ਇੱਥੋਂ ਦੀ ਲੰਘਦਿਆਂ ਇਹੀ ਬਰਾੜ ਪੱਤੀ ਫਿਰ ਹਾਸੇ ਠੱਠੇ ਕਰਦੀ ਸਾਨੂੰ ਦਿਖੇਗੀ। ਆਪਦੇ ਪਿੰਡ ਤੋਂ ਇਹੀ ਉਮੀਦ ਕਰਦੇ ਹਾਂ, ਸਰਕਾਰ ਤੋਂ ਵੀ ਉਮੀਦ ਕਰਦੇ ਹਾਂ, ਤੇ ਪ੍ਰਮਾਤਮਾ ਅੱਗੇ ਵੀ ਇਹੀ ਅਰਦਾਸ ਕਰਦੇ ਹਾਂ।